ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ। ਮੈਂ ਹਾਂ ਬरुण ਕੌਰ ਮਾਨ। ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਹਨ ਰੀਅਲ ਅਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਅਸਟੇਟ ਦੀ ਦੁਨੀਆ 'ਚ ਮੰਨਿਆ ਪਰਮੰਨਿਆ ਨਾਮ। ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਇੱਕ ਦਿਨ ਗਹਿਰੀ ਸੱਟ ਤੋਂ ਤੀਜੇ ਦਿਨ ਹੀ ਮੁੜ ਉਡਾਣ ਭਰੀ ਕਿਸਾਨੀ ਸੰਘਰਸ਼ ਨੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਦਾ ਰੁਖ ਉਹੀ ਹੈ ਜੋ 22 ਜਨਵਰੀ ਨੂੰ ਸੀ। दिल्ली गाजीपुर सरहद किले विच तब्दील, पुलिस ने रातों रात की सख्त बैरीगेडिंग। एडवोकेट HS फुलका ने ਸਿੰਘੂ ਤੇ ਟਿਕਰੀ ਬਾਰਡਰ ਤੋਂ ਲਾਪਤਾ ਹੋਏ ਨੌਜਵਾਨਾਂ ਲਈ ਕੀਤੀ ਮਦਦ ਦੀ ਪੇਸ਼ਕਸ਼। ਸਿੰਘੂ ਬਾਰਡਰ ਤੇ ਅੰਦੋਲਨਕਾਰੀਆਂ ਤੇ ਦਰਜ ਹੋਏ ਮੁਕੱਦਮਿਆਂ ਦਾ ਸਾਰਾ ਖਰਚਾ ਚੁੱਕੇਗੀ ਕਿਸਾਨ ਯੂਨੀਅਨ। ਕਿਸਾਨਾਂ ਨੇ ਵਰਤ ਰੱਖ ਕੇ ਸਦਭਾਵਨਾ ਦਿਵਸ ਮਨਾਇਆ। ਪੇਸ਼ ਨੇ ਹੁਣ ਖਬਰਾਂ ਵਿਸਥਾਰ ਨਾਲ। 2 ਮਹੀਨੇ ਤੋਂ ਵੱਧ ਸਮੇਂ ਤੋਂ ਦਿੱਲੀ ਦੁਆਲੇ ਲੱਗੇ ਕਿਸਾਨ ਮੋਰਚਿਆਂ 'ਚ ਵਾਪਰ ਰਹੀਆਂ ਘਟਨਾਵਾਂ ਤੇ ਲਏ ਜਾ ਰਹੇ ਫੈਸਲਿਆਂ ਨੇ ਬਹੁਤ ਸਾਰੇ ਵਿਸ਼ਲੇਸ਼ਕਾਂ ਤੇ ਰਾਜਸੀ ਵਿਆਖਿਆਕਾਰਾਂ ਨੂੰ ਹੈਰਾਨੀ 'ਚ ਹੀ ਨਹੀਂ ਸਗੋਂ ਅਚੰਭੇ ਵਿੱਚ ਪਾਇਆ ਹੋਇਆ ਹੈ। 26 ਜਨਵਰੀ ਦੀ ਕਿਸਾਨ ਪਰੇਡ ਦੇ ਔਜੜੇ ਪੈਣ ਤੇ ਬਿਖਰ ਜਾਣ ਬਾਅਦ ਹਕੂਮਤ ਤੇ ਉਸ ਪੱਖੀ ਮੀਡੀਆ ਵੱਲੋਂ ਕਿਸਾਨ ਸੰਘਰਸ਼ ਪ੍ਰਤੀ ਪਹਿਲਾਂ ਤੋਂ ਹੀ ਚਲਾਈ ਜਾ ਰਹੀ ਬਦਨਾਮ ਕਰਨ ਦੀ ਮੁਹਿੰਮ ਨੂੰ ਇੰਨੀ ਤੇਜ਼ੀ ਨਾਲ ਧੋਇਆ ਗਿਆ ਕਿ ਸਰਕਾਰ ਵਿੱਚ ਬੈਠੇ ਸਿਖਰ ਦੇ ਨੇਤਾਵਾਂ ਤੇ ਅਫਸਰਸ਼ਾਹੀ ਤੋਂ ਲੈ ਕੇ ਸੰਘਰਸ਼ ਹਮਾਇਤੀ ਹਿੱਸਿਆਂ ਵਿੱਚ ਵੀ ਵੱਡੀ ਪੱਧਰ ਤੇ ਇਹ ਗੱਲ ਘਰ ਕਰ ਗਈ ਕਿ ਕਿਸਾਨ ਸੰਘਰਸ਼ ਬਾਜੀ ਹਾਰ ਗਿਆ ਹੈ ਤੇ ਇਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਦਿੱਲੀ ਦੁਆਲੇ ਲੱਗੇ ਕੁਝ ਮੋਰਚਿਆਂ ਵਿੱਚ ਗਿਣਤੀ ਘਟਣ ਨੇ ਅਜਿਹੀ ਸੋਚ ਨੂੰ ਹੋਰ ਵੀ ਵੱਡਾ ਹੁਲਾਰਾ ਦਿੱਤਾ ਤੇ ਉਹਨਾਂ ਨੂੰ ਇਹ ਮੋਰਚਾ ਹੁਣ ਚੰਦ ਦਿਨਾਂ ਦੀ ਖੇੜੀ ਲੱਗਣ ਲੱਗਾ। ਸੰਘਰਸ਼ ਦੇ ਨਿਵਾਣਾ ਵੱਲ ਚਲੇ ਜਾਣ ਦੀ ਸੋਚ ਨੂੰ ਲੈ ਕੇ ਮੋਦੀ ਸਰਕਾਰ ਨਾਲ ਹੀ ਹਰਿਆਣਾ ਤੇ ਉੱਤਰ ਪ੍ਰਦੇਸ਼ ਦੀਆਂ ਸਰਕਾਰਾਂ ਨੇ ਵੀ ਦਿੱਲੀ ਦੀਆਂ ਸਰਹੱਦਾਂ ਉੱਪਰ ਲੱਗੇ ਮੋਰਚਿਆਂ ਨੂੰ ਖਦੇੜਨ ਤੇ ਹਰਿਆਣਾ ਵਿੱਚ ਰੋਕੇ ਟੋਲ ਪਲਾਜ਼ਿਆਂ ਨੂੰ ਖੁਲਵਾਉਣ ਲਈ ਪੁਲਿਸ ਨੂੰ ਖੁੱਲੀ ਛੁੱਟੀ ਦੇ ਦਿੱਤੀ। ਹਰਿਆਣਾ 'ਚ ਕਈ ਟੋਲ ਪਲਾਜ਼ੇ ਖੁਲਵਾ ਵੀ ਦਿੱਤੇ ਗਏ। 27-28 ਜਨਵਰੀ ਨੂੰ ਉੱਤਰ ਪ੍ਰਦੇਸ਼ ਵੱਲ ਲੱਗੇ ਮੋਰਚਿਆਂ ਨੂੰ ਖਦੇੜਨ ਲਈ ਪੁਲਿਸ ਸਰਗਰਮ ਹੋ ਗਈ। ਬਗਾਵਤ ਤੇ ਕਈ ਹੋਰ ਥਾਈਂ ਬੈਠੇ ਕਿਸਾਨਾਂ ਨੂੰ ਲਾਠੀ ਚਾਰਜ ਕਰਕੇ ਧਰਨੇ ਖਤਮ ਕਰਨ ਲਈ ਮਜਬੂਰ ਕਰ ਦਿੱਤਾ। ਉੱਤਰ ਪ੍ਰਦੇਸ਼ ਦੇ ਤੜਵੈਲ ਕਿਸਾਨ ਆਗੂ ਰਾਕੇਸ਼ ਟਿਕੈਤ ਦੀ ਅਗਵਾਈ ਵਿੱਚ ਗਾਜ਼ੀਪੁਰ ਵਿੱਚ ਲੱਗੇ ਧਰਨੇ ਨੂੰ ਸ਼ਾਮ ਤੱਕ ਸਮਾਪਤ ਕਰਨ ਲਈ 28 ਜਨਵਰੀ ਨੂੰ ਨੋਟਿਸ ਲਗਾ ਦਿੱਤੇ। ਬਹੁਤ ਸਾਰੇ ਕਿਸਾਨ ਇੱਥੋਂ ਚਲੇ ਗਏ। ਸ਼ਾਮ ਨੂੰ ਇੱਥੇ ਭਾਰੀ ਗਿਣਤੀ ਵਿੱਚ ਅਧਿਕਾਰੀ ਤੇ ਪੁਲਿਸ ਆ ਪਹੁੰਚੀ। ਹਾਈਵੇ ਖਾਲੀ ਕਰਨ ਦਾ ਹੁਕਮ ਸੁਣਾਇਆ। ਮਸਾਂ 300 ਬੱਚੇ ਕਿਸਾਨਾਂ ਨਾਲ ਕਿਸਾਨ ਆਗੂ ਟਿਕੈਤ ਹਾਰ ਮੰਨਣ ਦੀ ਬਜਾਏ ਡਟ ਗਏ ਤੇ ਐਲਾਨ ਕੀਤਾ ਕਿ ਉਹ ਨਾ ਗ੍ਰਿਫਤਾਰੀ ਦੇਣਗੇ ਨਾ ਹੀ ਧਰਨਾ ਸਮਾਪਤ ਕਰਨਗੇ। ਜੇ ਪੁਲਿਸ ਨੇ ਜ਼ਬਰੀ ਧਰਨਾ ਚੁਕਵਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਫਾਂਸੀ ਲਗਾ ਲੈਣਗੇ। ਉਹਨਾਂ ਇਹ ਭਾਵੁਕ ਅਪੀਲ ਵੀ ਕੀਤੀ ਕਿ ਉਹ ਇੱਥੋਂ ਦਾ ਪਾਣੀ ਨਹੀਂ ਪੀਣਗੇ, ਆਪਣੇ ਪਿੰਡ ਤੋਂ ਕਿਸਾਨਾਂ ਵੱਲੋਂ ਲਿਆਂਦਾ ਪਾਣੀ ਹੀ ਪੀਣਗੇ। ਉਹਨਾਂ ਵੱਲੋਂ ਆਸ-ਪਾਸ ਦੇ ਪਿੰਡਾਂ ਦੇ ਕਿਸਾਨਾਂ ਨੂੰ ਤੁਰੰਤ ਉੱਥੇ ਜਾਣ ਦੀ ਅਪੀਲ ਦਾ ਅਸਰ ਇਹ ਹੋਇਆ ਕਿ ਅੱਧੀ ਰਾਤ 12 ਵਜੇ ਤੱਕ ਪੁਲਿਸ ਅੱਗੇ ਡਟੇ ਖੜੇ ਟਿਕੈਤ ਦੀ ਹਮਾਇਤ ਵਿੱਚ ਹਜ਼ਾਰਾਂ ਕਿਸਾਨਾਂ ਦਾ ਨਾਰੇ ਮਾਰਦਾ ਕਾਫਲਾ ਜਦ ਉੱਥੇ ਆ ਪੁੱਜਾ ਤਾਂ ਧਰਨਾ ਚੁੱਕਣ ਦੀ ਤਿਆਰੀ 'ਚ ਖੜੀ ਪੁਲਿਸ ਤੇ ਅਧਿਕਾਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਕਿਸਾਨਾਂ ਦੇ ਪੁੱਜ ਰਹੇ ਇਕੱਠ ਮੂਹਰੇ ਸਰਕਾਰ ਦੀਆਂ ਇੱਛਾਵਾਂ ਧਰੀਆਂ ਤਰਾਈਆਂ ਰਹਿ ਗਈਆਂ। ਕਿਸਾਨ ਆਗੂ ਟਿਕੈਤ ਦੀ ਇੱਕ ਭਾਵੁਕ ਅਪੀਲ ਨੇ ਤੀਜੇ ਦਿਨ ਹੀ ਪਾਸਾ ਪਲਟ ਕੇ ਰੱਖ ਦਿੱਤਾ ਅਤੇ ਦਿੱਲੀ ਦੁਆਲੇ ਲੱਗੇ ਮੋਰਚਿਆਂ ਵਿੱਚ ਉੱਤਰ ਪ੍ਰਦੇਸ਼, ਹਰਿਆਣਾ, ਪੰਜਾਬ ਤੇ ਉੱਤਰਾਖੰਡ ਤੋਂ ਮੁੜ ਕਾਫਲਿਆਂ ਦੇ ਪੁੱਜਣ ਨੇ ਇਹਨਾਂ ਦੀ ਮਜ਼ਬੂਤੀ ਵੀ ਵਧਾ ਦਿੱਤੀ ਹੈ ਤੇ ਹਰਿਆਣਾ ਦੇ ਖੁੱਲੇ ਟੋਲ ਪਲਾਜ਼ਿਆਂ ਵਿੱਚ ਬਹੁਤਿਆਂ ਉੱਪਰ ਮੁੜ ਲਾਂਘਾ ਮੁਫਤ ਕਰ ਦਿੱਤਾ ਹੈ ਤੇ ਧਰਨੇ ਲੱਗ ਗਏ ਹਨ। ਜਿਵੇਂ 26 ਨਵੰਬਰ ਨੂੰ ਦਿੱਲੀ ਚਲੋ ਦੇ ਸੱਤੇ ਉੱਪਰ ਪੰਜਾਬ ਤੋਂ ਬਾਅਦ ਹਰਿਆਣਾ ਇਸ ਸੰਘਰਸ਼ ਦੀ ਤਕੜੀ ਧਿਰ ਬਣ ਕੇ ਆ ਖੜਾ ਸੀ, ਉਸੇ ਤਰ੍ਹਾਂ 26 ਜਨਵਰੀ ਤੇ ਇਸ ਤੋਂ ਬਾਅਦ ਦੇ 2 ਦਿਨ ਦੀਆਂ ਕਿਸਾਨ ਘਟਨਾਵਾਂ ਨੇ ਉੱਤਰ ਪ੍ਰਦੇਸ਼ ਨੂੰ ਵੀ ਕਿਸਾਨ ਸੰਘਰਸ਼ ਦੀ ਮੋਰਲੀ ਕਤਾਰ ਵਿੱਚ ਲਿਆ ਖੜਾ ਕੀਤਾ ਹੈ ਤੇ ਨਿਵਾਣਾ ਵਿੱਚ ਚਲੇ ਗਏ ਸੰਘਰਸ਼ ਤੇ ਮੁੜ ਅੰਗੜਾਈ ਭਰੀ ਹੈ। ਸੰਘਰਸ਼ ਵਿੱਚ ਤੇਜ਼ੀ ਨਾਲ ਆਏ ਨਿਵਾਣ ਤੇ ਫਿਰ ਉਸ ਤੋਂ ਵੀ ਤੇਜ਼ੀ ਨਾਲ ਉਚਾਈ ਫੜਨ ਦਾ ਵਾਪਰਿਆ ਇਹ ਵਤਾਰਾ ਅਸਲੋਂ ਹੀ ਨਿਵੇਕਲਾ ਹੈ। ਇਹ ਘਟਨਾ ਆਮ ਪੈਮਾਨਿਆਂ ਨਾਲ ਮਾਪੀ ਜਾਣ ਵਾਲੀ ਨਹੀਂ, ਸਗੋਂ ਸੰਘਰਸ਼ ਦੇ ਅਜੀਬ ਤਜਰਬਿਆਂ ਦੀ ਵੀ ਨਵੀਂ ਪੇਸ਼ੀਨੀ ਗੋਈ ਹੈ। ਏਕਤਾ ਤੇ ਮੁੱਦਾ ਸੰਘਰਸ਼ ਦੀ ਜਾਨ 26 ਜਨਵਰੀ ਨੂੰ ਵੱਡੀ ਸੱਟ ਖਾਣ ਤੋਂ ਬਾਅਦ ਤੀਜੇ ਦਿਨ ਹੀ ਮੁੜ ਉੱਠ ਪੈਣ ਤੇ ਫਿਰ ਕਾਲੇ ਕਾਨੂੰਨਾਂ ਨੂੰ ਚੁਣੌਤੀ ਦੇਣ ਦਾ ਇਹ ਅਚੰਭਾ ਭਰਿਆ ਕਾਰਜ ਕਿਸੇ ਕੌਤਕ ਤੋਂ ਘੱਟ ਨਹੀਂ। ਕਿਸਾਨ ਸੰਘਰਸ਼ ਨਾਲ ਮੁੜ ਤੋਂ ਜੁੜੇ ਲੋਕਾਂ ਦਾ ਮੰਨਣਾ ਹੈ ਕਿ ਗਣਤੰਤਰ ਦਿਵਸ ਵਾਲੀ ਪਰੇਡ ਦੇ ਬਿਖਰ ਜਾਣ ਨਾਲ ਇੱਕਦਮ ਭੰਬਲ ਪੂਸਾ ਤੇ ਦੁਚਿੱਤੀ ਵਾਲੀ ਸਥਿਤੀ ਤਾਂ ਬਣੀ ਸੀ, ਪਰ ਕਿਸਾਨ ਜਥੇਬੰਦੀਆਂ ਦੇ ਇਕਜੁੱਟ ਹੋ ਕੇ ਖੜੇ ਰਹਿਣ ਤੇ 3 ਖੇਤੀ ਕਾਨੂੰਨਾਂ ਨਾਲ ਕਿਸਾਨਾਂ ਦੀ ਹੋਂਦ ਹੀ ਖਤਮ ਹੋਣ ਦੇ ਪੈਦਾ ਹੋਏ ਅਹਿਸਾਸ ਕਾਰਨ ਇਸ ਮੁੱਦੇ ਦੀ ਤਾਕਤ ਇੰਨੀ ਹੈ ਕਿ ਸਭ ਤਰ੍ਹਾਂ ਦੇ ਸੰਸ਼ੇ ਤੇ ਬਹਿਕਾਵੇ 3 ਦਿਨਾਂ ਵਿੱਚ ਹੀ ਉੱਡ-ਪੁੱਡ ਗਏ ਤੇ ਦਿੱਲੀ ਨੇੜਲੇ ਰਾਜਾਂ ਤੋਂ ਜਿਸ ਤਰ੍ਹਾਂ ਕਿਸਾਨ ਕਾਫਲੇ ਮੁੜ ਦਿੱਲੀ ਵੱਲ ਬਹੀਰਾਂ ਕੁੱਦ ਕੇ ਚੱਲ ਪਏ, ਉਸ ਦੇ ਨਾਲ ਸੰਘਰਸ਼ ਨੂੰ ਇੱਕ ਨਵੀਂ ਊਰਜਾ ਤੇ ਮਜ਼ਬੂਤੀ ਮਿਲੀ। ਅੰਦੋਲਨ ਦੇ ਕੇਂਦਰ ਤੇ ਲੀਡਰਸ਼ਿਪ ਦੇ ਨਵੇਂ ਸੰਕੇਤ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਸੰਘਰਸ਼ ਦਾ ਕੇਂਦਰ ਬਿੰਦੂ 26 ਜਨਵਰੀ ਤੱਕ ਪੰਜਾਬ ਹੀ ਬਣਿਆ ਹੋਇਆ ਸੀ ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੰਘਰਸ਼ ਬਾਰੇ ਲਏ ਜਾਂਦੇ ਰਹੇ ਫੈਸਲੇ ਅਸਲ ਵਿੱਚ ਪੰਜਾਬ ਦੀਆਂ ਜਥੀਆਂ ਵੱਲੋਂ ਲਏ ਗਏ ਫੈਸਲਿਆਂ ਦਾ ਮਹਿਜ਼ ਐਲਾਨ ਹੀ ਹੁੰਦਾ ਸੀ।
किसान संघर्ष के अंदरले ते बाहरले सूत्रां दा मनना है कि जिवें 26 नवंबर ने हरियाणा नूं जगाया सी, उस तो किते वध 26 जनवरी ने उत्तर प्रदेश नूं झंझोड़िया ते हिलाया है। इस दिन तो बाद किसान संघर्ष की अगवाई वाले लोकां दीयां निगाहां टिकैत वाल वधेरे चलियां गईयां। हरियाणा ते उत्तर प्रदेश तो जिस तरह काफले बन के जाट दिल्ली दीयां बरूहां उपर पुज रहे, उस नाल संघर्ष के केंद्र च सिर्फ पंजाब नहीं सगों उक्त दोवें सूबे भी बराबर आ खड़े हन। दोवां सूबियां दे लोकां दी संघर्ष विच शमूलीयत दे वाधे नाल मोदी सरकार की फिरकू सियासत नूं भी रोक लगी है ते सिख भाईचारे नूं निशाना बनाए जाण दी मुहिम भी ठल पई है। ये पल पंजाब दी किसान लीडरशिप लई भी बड़े चुनौतीपूर्ण हन। पंजाब दे संघर्ष च कुद्दे किसानां विच जिथे टिकैत दी भूमिका दी रज के प्रशंसा हो रही, उत्थे पंजाब किसान लीडरशिप दी पिछले 4 दिन दी ढिल्ली ते विचारगी भरी कारगुजारी अते केंद्र सरकार नाल संघर्ष उपर केंद्रित रहण दी बजाए आपसी मतभेदां नूं उभारन उपर सवाल उठ रहे हन। प्रधानमंत्री ने कहा है कि केंद्र दा रुख उही है जो 22 जनवरी नूं सी। इसे दिन अंदोलनकारी किसानां ते केंद्र दरमियान आखिरी गलबात हुई सी ते खेतीबाड़ी मंत्री नरेंद्र तोमर ने किसानां अगे सरकार दी तजवीज़ रखी सी। प्रधानमंत्री नरेंद्र मोदी ने ਵੱਖ-ਵੱਖ सियासी धिरां दे आगूआं नूं दस्सिया कि उन्हां दी सरकार ਵੱਲੋਂ किसानां नूं खेती कानूनां बारे कीती पेशकश हाले भी कायम है ते सरकार गलबात तो सिर्फ एक फोन कॉल दी दूरी ते है। बजट सैशन नूं निर्विघन चलाउण बारे कीती गई रस्मी सरब पार्टी बैठक विच विरोधी आगूआं नूं संबोधन करदिआं प्रधानमंत्री मोदी ने इन्हां विचारां दा प्रगटावा कीता। विरोधी धिरां दे आगूआं ने इस तों पहिलां गणतंत्र दिवस मौके वापरी मंदभागी घटना दा हवाला दित्ता ते मोदी ने कहा कि इस बारे कानून बनदी कार्रवाई करेगा। मोदी की अगवाई विच हुई बैठक विच रक्षा मंत्री राजनाथ सिंह भी हाज़र सन। संसदी मामलिਆਂ बारे मंत्री प्रहलाद जोशी ने जानकारी दिंदिआं दस्सिया कि प्रधानमंत्री ने यकीन दिवाया है कि केंद्र किसानां दे मुद्दे उत्ते खुले मन नाल विचार कर रहा है। प्रधानमंत्री ने कहा कि तोमर ਵੱਲੋਂ कीती पेशकश कायम है। जोशी ने दस्सिया कि बैठक दौरान मोदी ने कहा कि तोमर गलबात तो सिर्फ एक फोन कॉल दूर हैं। इस दौरान 3 खेती कानूनों का विरोध करदिआं एनसीपी के प्रधान शरद पवार ने कहा कि यह कानून घट्टो घट्ट समर्थन मुल ते माड़ा असर पाउणगे अते मंडी प्रणाली नूं कमज़ोर करनगे। श्री पवार ने ट्वीट करके कहा कि उन्होंने खेती मंत्री रहिंदिआं विशेष मंडियां बनाउण लई EPSMC नेम 2007 का खरड़ा तैयार किया गया सी, जिथे किसानां नूं अपनी फसल बेचण लई मंडी मुहैया करवाई गई सी अते मौजूदा मंडी प्रणाली नूं मजबूत करन वल ध्यान दिता गया सी। उन्होंने कहा कि अनाज, दालां, प्याज, आलू, तेल, बीजां आदि दे भंडारण की हद खत्म कर दी गई है, जिसों खदशा पैदा हो रहा है कि कॉरपोरेट इन्हां वस्तां दी निगुणे भाव ते खरीद करके लोकां नूं महंगे भाव ते वेचणगे। प्रधानमंत्री नरेंद्र मोदी ਵੱਲੋਂ ਸਰਬ पार्टी मीटिंग विच खेती कानूनां विच सोधां करन दी केंद्र सरकार दी तजवीज़ उपर कायम रहण बारे दिते गए बयान ते विचार करन लई किसान आगूआं ने भलके संयुक्त किसान मोर्चे की बैठक सद लई है। क्रांतिकारी किसान यूनियन के प्रधान डॉक्टर दर्शनपाल ने कहा कि जेकर केंद्र सरकार किसानां नूं गलबात लई बुलाउंदी है तां ओह बैठक विच लाजमी शमूलीयत करनगे, पर ओह तिन्नों खेती कानून रद्द करन, फसलों की घट्टो घट्ट खरीद गारंटी कानून अते पराली एक्ट विचों किसान विरोधी धारावां हटाउण दीआं मंगां ते अजे भी दृढ़ ने। राजस्थान के मुख्यमंत्री अशोक गहलोत ने अज कहा कि प्रधानमंत्री नरेंद्र मोदी नूं संघर्ष कर रहे किसानां नाल गलबात की पहल करनी चाहिए है। उन्होंने कहा कि इसनूं वकार का मुद्दा नहीं बनाना चाहिए, क्योंकि एक लोकतंत्र विच फैसले कई बार बदलते रहंदे ने। गहलोत ने कहा कि लंबा समा चलण वाले संघर्ष मुल्क के हित विच नहीं ने। सूत्रां मुताबक बैठक दौरान कांग्रेस के गुलाम नबी आज़ाद, तृणमूल कांग्रेस के सुदीप बंदोपाध्याय, अकाली दल के बलविंदर सिंह भुंदड़ ते शिव सेना के विनायक राउत ने संघर्षशील किसानां का मुद्दा उठाया। बैठक दौरान सारियां वड्डियां विरोधी पार्टियां ने किसानां के मुद्दे उत्ते विचार चर्चा की मांग की। हालांकि विरोधी धिरां ने लाल किले उत्ते हुई हिंसा ते तोड़ भन्न की भी निंदा की, पर उन्हां नाल ही कहा कि जिहड़े किसान शांतिपूर्ण ढंग नाल रोस प्रगटा रहे हैं उन्होंने इसलिए जिम्मेवार नहीं ठहराया जाना चाहिए। TMC आगू सुदीप ने कहा कि 20 विरोधी पार्टियां वालों राष्ट्रपति के भाषण का बायकाट सरकार नूं दिता गया मजबूत सुनेहा है कि खेती कानून वापस ले जाने चाहिए ने। दिल्ली के ਸਿੰਘੂ ते टिकरी बॉर्डर से किसानों वालों खेती कानूनों खिलाफ विरोध प्रदर्शन किया जा रहा है। 26 जनवरी को लाल किले ते हुई हिंसा विच बहुत सारे नौजवान लापता हो गए तो बहुत सारे ते मुकदमे भी दर्ज हुए। इस तो बाद बीती शुक्रवार को किसानों ते स्थानक लोगों दरमियान हिंसक झड़प हो गई। लोगों वालों किसानों ते पत्थरबाजी की गई तो उन्होंने धरने वाली थां नूं छड्डण लई कहा गया। स्थिति ज़्यादा ही नाजुक हुंदिआं देख पुलिस वालों
पूरे इलाके ਨੂੰ ਛਾਉਣੀ 'ਚ ਤਬਦੀਲ ਕੀਤਾ ਗਿਆ। ਇਸੇ ਦਰਮਿਆਨ ਕੁਝ ਕਿਸਾਨਾਂ ਵੱਲੋਂ ਤਲਵਾਰਾਂ ਦੁਆਰਾ ਵੀ ਹਮਲਾ ਕੀਤਾ ਗਿਆ, ਜਿਸ ਕਾਰਨ 44 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ। ਹੁਣ ਵੱਖ-ਵੱਖ ਕਿਸਾਨ ਯੂਨੀਅਨਾਂ ਵੱਲੋਂ ਅੰਦੋਲਨਕਾਰੀਆਂ ਦੀ ਮਦਦ ਕੀਤੀ ਜਾ ਰਹੀ ਹੈ। ਇਸੇ ਸੰਬੰਧੀ ਸੀਨੀਅਰ ਐਡਵੋਕੇਟ HS ਫੂਲਕਾ ਵੱਲੋਂ ਕਿਸਾਨਾਂ ਨੂੰ ਮਦਦ ਦੀ ਪੇਸ਼ਕਸ਼ ਕੀਤੀ ਗਈ। ਉਹਨਾਂ ਨੇ ਟਵੀਟ ਕਰਦਿਆਂ ਕਿਹਾ ਕਿ ਪੁਲਿਸ ਵੱਲੋਂ ਸਿੰਘੂ ਬਾਰਡਰ ਤੇ ਟਿਕਰੀ ਬਾਰਡਰ ਤੇ ਕੁਝ ਨੌਜਵਾਨਾਂ ਨੂੰ ਚੁੱਕਿਆ ਗਿਆ ਹੈ। ਉਹਨਾਂ ਦੇ ਨੌਜਵਾਨਾਂ ਦੇ ਪਰਿਵਾਰ ਕਿਸੇ ਵੀ ਤਰ੍ਹਾਂ ਕਾਨੂੰਨੀ ਸਹਾਇਤਾ ਦੇ ਲਈ 2 ਨੰਬਰ ਤੇ ਸੰਪਰਕ ਕਰਨ ਨੂੰ ਕਿਹਾ ਗਿਆ। ਇਹ ਨੰਬਰ ਹਨ 9814 11494। ਦੂਜਾ ਨੰਬਰ ਹੈ 8886 63755। ਉਹਨਾਂ ਨੇ ਕਿਹਾ ਕਿ ਇਹਨਾਂ 2 ਨੰਬਰਾਂ ਤੇ ਸੰਪਰਕ ਕਰਕੇ ਕਿਸਾਨ ਲਾਪਤਾ ਹੋਏ ਨੌਜਵਾਨਾਂ ਸੰਬੰਧੀ ਇਤਲਾਹ ਦੇ ਸਕਦੇ ਨੇ। ਇੱਥੇ ਇਹ ਵੀ ਦੱਸ ਦਈਏ ਕਿ ਕਿਸਾਨ ਯੂਨੀਅਨ ਨੇ ਵੀ ਐਲਾਨ ਕੀਤਾ ਹੈ ਕਿ ਗੁੰਮਸ਼ੁਦਾ ਲੋਕਾਂ ਅਤੇ ਅੰਦੋਲਨਕਾਰੀਆਂ ਖਿਲਾਫ ਦਰਜ ਕੀਤੇ ਮੁਕੱਦਮਿਆਂ ਦਾ ਸਾਰਾ ਖਰਚਾ ਕਿਸਾਨ ਯੂਨੀਅਨਾਂ ਚੁੱਕਣਗੀਆਂ। ਉਹਨਾਂ ਨੇ ਲਾਪਤਾ ਲੋਕਾਂ ਦੇ ਪਰਿਵਾਰਾਂ ਨੂੰ ਸੰਦੇਸ਼ ਵੀ ਦਿੱਤਾ ਕਿ ਉਹਨਾਂ ਨੂੰ ਇਸ ਸੰਬੰਧੀ ਜਾਣਕਾਰੀ ਦੇਣ। ਯੂਨੀਅਨ ਉਹਨਾਂ ਦੀ ਪੂਰੀ ਮਦਦ ਕਰੇਗੀ। ਸ਼ੁੱਕਰਵਾਰ ਨੂੰ ਦਿੱਲੀ ਦੀ ਸਿੰਘੂ ਸਰਹੱਦ ਤੇ ਹੋਈ ਹਿੰਸਾ ਦੇ ਸੰਬੰਧ ਵਿੱਚ 43 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਦਿੱਲੀ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਕੇਸ ਵੀ ਦਰਜ ਕੀਤਾ ਗਿਆ। 29 ਜਨਵਰੀ ਨੂੰ ਸਥਾਨਕ ਲੋਕਾਂ ਤੇ ਕਿਸਾਨਾਂ ਵਿਚਾਲੇ ਝੜਪ ਹੋਈ, ਜਿਸ ਕਾਰਨ ਪੁਲਿਸ ਨੇ ਹਮਲਾ ਦਰਜ ਕਰਕੇ 44 ਲੋਕਾਂ ਨੂੰ ਗ੍ਰਿਫਤਾਰ ਕੀਤਾ। ਇਨ੍ਹਾਂ ਅੰਦੋਲਨਕਾਰੀਆਂ ਦਾ ਸਾਰਾ ਖਰਚਾ ਕਿਸਾਨ ਯੂਨੀਅਨ ਕਰੇਗੀ। ਕਿਸਾਨ ਆਗੂ ਗੁਰਨਾਮ ਸਿੰਘ ਝਦੂਨੀ ਨੇ ਇੱਕ ਨੰਬਰ ਜਾਰੀ ਕਰਦਿਆਂ ਕਿਹਾ ਕਿ ਗੁੰਮਸ਼ੁਦਾ ਲੋਕਾਂ ਅਤੇ ਅੰਦੋਲਨਕਾਰੀਆਂ ਖਿਲਾਫ ਦਰਜ ਕੀਤੇ ਮੁਕੱਦਮਿਆਂ ਦਾ ਸਾਰਾ ਖਰਚਾ ਕਿਸਾਨ ਯੂਨੀਅਨਾਂ ਚੁੱਕਣਗੀਆਂ। ਉਹਨਾਂ ਨੇ ਲਾਪਤਾ ਲੋਕਾਂ ਦੇ ਪਰਿਵਾਰਾਂ ਨੂੰ ਸੰਦੇਸ਼ ਵੀ ਦਿੱਤਾ ਕਿ ਉਹ ਇਸ ਨੰਬਰ ਤੇ ਜਾਣਕਾਰੀ ਦੇਣ। ਯੂਨੀਅਨ ਉਹਨਾਂ ਦੀ ਪੂਰੀ ਮਦਦ ਕਰੇਗੀ। ਸਿੰਘੂ ਸਰਹੱਦ ਤੇ ਨੰਬਰ ਜਾਰੀ ਕਰਦੇ ਹੋਏ ਕਿਸਾਨ ਆਗੂ ਗੁਰਨਾਮ ਸਿੰਘ ਝਦੂਨੀ ਨੇ ਕਿਹਾ ਕਿ ਮੁਕੱਦਮੇ ਅਤੇ ਲਾਪਤਾ ਹੋਏ ਕਿਸਾਨਾਂ ਬਾਰੇ ਇਸ ਨੰਬਰ ਤੇ ਜਾਣਕਾਰੀ ਦਿੱਤੀ ਜਾਵੇ। 9315 48586। ਉਹਨਾਂ ਨੇ ਕਿਹਾ ਕਿ ਕਿਸਾਨ ਯੂਨੀਅਨ ਅੰਦੋਲਨਕਾਰੀਆਂ ਖਿਲਾਫ ਸਾਰੇ ਕੇਸਾਂ ਕਿਸਾਨ ਯੂਨੀਅਨ ਲੜੇਗੀ ਅਤੇ ਖਰਚਾ ਵੀ ਯੂਨੀਅਨ ਹੀ ਉਠਾਏਗੀ। ਅੰਦੋਲਨਕਾਰੀ ਕਿਸਾਨਾਂ ਨੇ ਦੱਸਿਆ ਕਿ ਉਹਨਾਂ ਨੂੰ ਪਤਾ ਕੀਤਾ ਕਿ ਧਰਨੇ ਉੱਪਰ ਪੱਥਰ ਮਾਰਨ ਵਾਲੇ ਸਥਾਨਕ ਲੋਕ ਨਹੀਂ ਸਨ ਤੇ ਉਹ ਕਿਰਾਏ ਤੇ ਲਿਆਂਦੇ ਗੁੰਡੇ ਸਨ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸਰਵਣ ਸਿੰਘ ਪੰਧੀਰ ਨੇ ਦੋਸ਼ ਲਾਇਆ ਇਹ ਲੋਕ ਭਾਜਪਾ ਤੇ RSS ਵੱਲੋਂ ਭੇਜੇ ਗਏ ਸਨ। ਸ਼ੁੱਕਰਵਾਰ ਨੂੰ ਦਿੱਲੀ ਦੀ ਸਿੰਘੂ ਸਰਹੱਦ ਤੇ ਹੋਈ ਹਿੰਸਾ ਦੇ ਸੰਬੰਧ ਵਿੱਚ 44 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਦਿੱਲੀ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਇੱਕ ਕੇਸ ਦਰਜ ਕੀਤਾ ਗਿਆ। ਸ਼ੁੱਕਰਵਾਰ ਨੂੰ ਅੰਦੋਲਨਕਾਰੀਆਂ ਤੇ ਪਿੰਡ ਵਾਸੀਆਂ ਵਿੱਚ ਹਿੰਸਕ ਝੜਪਾਂ ਹੋਈਆਂ, ਜਿਸ ਵਿੱਚ ਭਾਰੀ ਪੱਥਰਬਾਜ਼ੀ ਅਤੇ ਲਾਠੀਆਂ ਚੱਲ ਰਹੀਆਂ ਸਨ। ਕਈ ਅੰਦੋਲਨਕਾਰੀਆਂ ਨੇ ਤਲਵਾਰਾਂ ਨਾਲ ਹਮਲਾ ਵੀ ਕੀਤਾ। ਇਹਨਾਂ ਸਾਰੇ ਮਾਮਲਿਆਂ ਵਿੱਚ ਕਿਸਾਨ ਯੂਨੀਅਨ ਕੇਸ ਲੜਨ ਦੀ ਜ਼ਿੰਮੇਵਾਰੀ ਲੈ ਰਹੀ ਹੈ। ਉਸ ਸਮੇਂ ਦੌਰਾਨ 26 ਜਨਵਰੀ ਨੂੰ ਕਈ ਕੇਸ ਦਰਜ ਕੀਤੇ ਗਏ ਸਨ। ਬਹੁਤ ਸਾਰੇ ਲੋਕ ਲਾਪਤਾ ਵੀ ਹਨ। ਉਹਨਾਂ ਨੂੰ ਇਸ ਨੰਬਰ ਤੇ ਜਾਣਕਾਰੀ ਦੇਣ ਲਈ ਕਿਹਾ ਗਿਆ। ਦਿੱਲੀ ਦੇ 3 ਮੁੱਖ ਬਾਰਡਰਾਂ ਸਿੰਘੂ, ਕਾਸੀਪੁਰ ਅਤੇ ਟਿਕਰੀ ਤੇ ਡਟੇ ਕਿਸਾਨਾਂ ਨੇ ਸਦਭਾਵਨਾ ਦਿਵਸ ਮਨਾਇਆ। ਸੰਯੁਕਤ ਕਿਸਾਨ ਮੋਰਚੇ ਨੇ ਦੇਸ਼ ਦੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਸ਼ਾਂਤਮਈ ਤਰੀਕੇ ਨਾਲ ਇਹ ਅੰਦੋਲਨ ਚਲਾ ਕੇ ਤਿੰਨੋਂ ਖੇਤੀ ਕਾਨੂੰਨ ਰੱਦ ਕਰਵਾਏ ਜਾਣਗੇ। ਤਿੰਨੋਂ ਮੋਰਚਿਆਂ ਤੇ ਕਿਸਾਨ ਆਗੂਆਂ ਨੇ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਵਰਤ ਰੱਖੇ। ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਸਦਭਾਵਨਾ ਦਿਵਸ ਮਨਾਉਂਦਿਆਂ ਕਿਸਾਨਾਂ ਨੇ ਵਰਤ ਰੱਖੇ। ਸਿੰਘੂ ਬਾਰਡਰ ਤੇ ਭੁੱਖ ਹੜਤਾਲ ਵਿੱਚ ਕਿਸਾਨ ਆਗੂ ਸ਼ਾਮਲ ਹੋਏ ਅਤੇ ਉਹਨਾਂ ਆਪਣੇ ਭਾਸ਼ਣ ਨਾਲ ਕਿਸਾਨਾਂ ਵਿੱਚ ਨਵੀਂ ਰੂਹ ਫੂਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਅਰਦਾਸ ਕਰਕੇ ਕਿਸਾਨਾਂ ਨੂੰ ਭੁੱਖ ਹੜਤਾਲ ਉੱਪਰ ਬਿਠਾਇਆ ਗਿਆ। ਕਿਸਾਨ ਆਗੂ ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਹਿੰਦੂ, ਸਿੱਖਾਂ ਅਤੇ ਪੰਜਾਬ ਹਰਿਆਣਾ ਦੇ ਕਿਸਾਨਾਂ ਵਿੱਚ ਵਖਰੇਵੇਂ ਪਾਉਣ ਦੀ ਚਾਲ ਖੁਦ ਕਿਸਾਨਾਂ ਨੇ ਹੀ 3 ਮੁੱਖ ਮੋਰਚਿਆਂ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਕੇ ਨਾਕਾਮ ਕਰ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਕਿਸਾਨਾਂ ਦੇ ਸਬਰ ਨੂੰ ਦੇਖ ਕੇ ਸੁਰੱਖਿਆ ਬਲ ਵੀ ਹੈਰਾਨ ਰਹਿ ਗਏ। ਟਿਕਰੀ ਬਾਰਡਰ ਤੇ ਦੱਖਣੀ ਹਰਿਆਣਾ ਦੇ ਕਿਸਾਨਾਂ ਨੇ ਪਰਿਵਾਰਾਂ ਸਮੇਤ ਟਰੈਕਟਰ ਟਰਾਲੀਆਂ ਨਾਲ ਭਰਵੀਂ ਸ਼ਮੂਲੀਅਤ ਕੀਤੀ ਅਤੇ ਸਦਭਾਵਨਾ ਸਮਾਗਮ ਵਿੱਚ ਹਿੱਸਾ ਲਿਆ। ਬੁਲਾਰਿਆਂ ਨੇ ਕਿਸਾਨੀ ਘੋਲ ਨੂੰ ਹੋਰ ਮਜ਼ਬੂਤ ਕਰਨ ਅਤੇ ਲੋਕਾਂ ਨੂੰ ਅਫਵਾਹਾਂ ਤੋਂ ਸੁਚੇਤ ਰਹਿਣ ਦਾ ਹੋਕਾ ਦਿੱਤਾ। ਟਿਕਰੀ ਸਰਹੱਦ ਤੇ ਕਿਸਾਨਾਂ ਨੇ ਟਰਾਲੀਆਂ ਪੱਕੇ ਤੌਰ ਤੇ ਖੜੀਆਂ ਕਰ ਲਈਆਂ। ਉਧਰ ਗਾਜ਼ੀਪੁਰ ਅਤੇ ਹੋਰ ਬਾਰਡਰਾਂ ਤੇ ਕਿਸਾਨਾਂ ਦੀ ਗਿਣਤੀ ਵਧਣ ਕਰਕੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਹੰਝੂ ਵਹਿਣ ਦਾ ਅਸਰ ਸਭ ਨੇ ਦੇਖ ਲਿਆ ਹੈ ਅਤੇ ਹੁਣ ਅੰਦੋਲਨ ਹੋਰ ਮਜ਼ਬੂਤ ਹੋਵੇਗਾ। ਹਿੰਸਾ ਦੇ ਮਾਮਲੇ ਵਿੱਚ ਮੁਕੱਦਮਾ ਦਰਜ ਹੋਣ ਤੇ ਉਹਨਾਂ ਨੇ ਕਿਹਾ ਹੁਣ ਜੇਲ੍ਹਾਂ ਵੀ ਭਰੀਆਂ ਜਾਣਗੀਆਂ ਅਤੇ ਅੰਦੋਲਨ ਵੀ ਚੱਲੇਗਾ, ਨਾਲ ਹੀ ਕਾਨੂੰਨ ਦੀ ਪਾਲਣਾ ਵੀ ਕੀਤੀ ਜਾਵੇਗੀ। ਜੇਕਰ ਜੇਲ੍ਹ ਜਾਣਾ ਪਿਆ ਤਾਂ ਅੰਦੋਲਨ ਕਿਸਾਨ ਚਲਾਉਣਗੇ। ਉਹਨਾਂ ਨੇ ਕਿਹਾ ਕਿ ਰਾਜਨੀਤਿਕ ਪਾਰਟੀਆਂ ਨਾਲ ਜੁੜੇ ਲੋਕਾਂ ਨੂੰ ਮੰਚ ਉੱਪਰ ਥਾਂ ਨਹੀਂ ਦਿੱਤੀ ਜਾ ਰਹੀ ਅਤੇ ਨਾ ਹੀ ਕਿਸੇ ਸਿਆਸੀ ਧਿਰ ਨੂੰ ਵੋਟਾਂ ਦੇਣ ਦਾ ਕੋਈ ਸੁਨੇਹਾ ਜਾਂ ਸੱਦਾ ਦਿੱਤਾ ਜਾ ਰਿਹਾ ਹੈ। ਉਧਰ ਗਾਜ਼ੀਪੁਰ ਅਤੇ ਹੋਰ ਬਾਰਡਰਾਂ ਤੇ ਕਿਸਾਨਾਂ ਦੀ ਗਿਣਤੀ ਵਧਣ ਕਰਕੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਹੰਝੂ ਵਹਿਣ ਦਾ ਅਸਰ ਸਭ ਨੇ ਦੇਖ ਲਿਆ ਹੈ ਅਤੇ ਅੰਦੋਲਨ ਹੁਣ ਹੋਰ ਮਜ਼ਬੂਤ ਹੋਵੇਗਾ।
उधर भारतीय किसान यूनियन के प्रधान नरेश टिकैत ने ऐलान किया है कि बागपत विच पंचायत मगरों अंदोलन नूं तेजी दी जाएगी। भाजपा तो खफा होने बारे उन्होंने कहा, नाराजगी तो अपने नाल हुंदी, जदों असीं बराबर चलांगे तो उही ठिब्बा मारेगा जो बराबर रहा होगा। गाजीपुर विच श्री टिकैत का सन्मान करने लई भारतीय किसान यूनियन के जनरल सकत्तर हरिंदर सिंह लखोवाल, बलदेव सिंह सिरसा, परमिंदर सिंह पाला माजरा, बलवंत सिंह, सुखविंदर सिंह बड़वा ते सांझी साथ के अहुदेदार सुखदेव सिंह अमृतसर समेत पहुंचे। दिल्ली पुलिस वालों गाजीपुर धरने की ड्रोन नाल निगरानी की जा रही है। इस स्थान वाल जांदे मार्ग बंद कर दिए गए ने। बीक्यू एकता ने अज कुंडली बार्डर वालों किसानों की हिमायत लिए अमरीक सिंह गंडूआ की अगवाई हेठ किसानों का काफला रवाना किया। काफले नूं भारी पुलिस फोर्स ने टिकरी मोर्चे तो कुछ दूरी ते ही रोकने की कोशिश की, पर फिर किसानों ने बदलवा राह चुन लिया। श्री गंडूआ ने कहा कि सरकार वालों RSS के गुंडियां राही करवाए जा रहे हमले अगे डटे बैठे किसानों की ताकत बनाने लई काफला पुज्या सी ते पुलिस वालों इसनूं रोकण की कार्रवाई हमलावारां नाल मिली भुगत का सिट्टा है। जथेबंदी के सूबा सकत्तर शिंगारा सिंह मान ने कहा कि गणतंत्र दिवस मौके किसान मजदूर संघर्ष कमेटी वालों रिंग रोड ते मार्च करने का फैसला दुरुस्त नहीं सी, जिहड़ा सरकार की लाल किले वाली साजिश नूं लागू करने का एक साधन बन गया। उन्होंने कहा कि खेती कानून रद्द कराउण लई कुंडली बॉर्डर ते डटे किसान इस अंदोलन का हिस्सा ने अते जथेबंदियां उन्हां दी सहायता लई अपनी पूरी वाल लगाउणगीਆਂ। इस दौरान टिकरी बॉर्डर ते किसानां ने ट्रैक्टर मार्च भी कढ़िया। उधर भारतीय किसान यूनियन एकता उगराहा दी टिकरी बॉर्डर ते पकौड़ा चौंक नेड़े लगी स्टेज तो हज़ारां दे इकट्ठ नूं संबोधन करदिआं शिंगारा सिंह मान, दरबारा सिंह शाजला अते हरिंदर सिंह बिंदू ने कहा कि मोदी सरकार ने पंजाब अते हरियाणा के लोगों विच धार्मिक मंडियां पा के दबाउण दी कोशिश की, पर अज हरियाणा के किसानां ने परिवारां समेत 10 किलोमीटर के लंबे काफले ने टिकरी बॉर्डर ते बैठे संघर्षी किसानां लई दुੱਧ सब्जियां अते राशन भेज के सरकार की यह साजिश नाकाम कर दी। पंजाब तो मिट्टी लैके पहुंची मशहूर सूफी गायक कन्वर गरेवाल ने अपने भाषण च कहा, मैं इस मिट्टी की सौं खा के कहता हाँ कि सारा पंजाब इस संघर्ष के नाल है। 26 जनवरी तक घोल 2 पड़ावां विचों लंघ चुकिया ते तीजे पड़ाव विच दाखिल हो गया अते यह संघर्ष हर हाल विच जित हासिल करके ही समाप्त होवेगा। उन्होंने नौजवानों को अपील की कि वह किसान जथेबंदियों के आगुआं की अगवाई तहत शांतमई संघर्ष विच वध तों वध योगदान पाउण। गणतंत्र दिवस मौके कौमी राजधानी विच हिंसा की घटना कारण लगे झटके मगरों किसान अंदोलन मुड़ उभरन लग्या है। खेती कानूनों खिलाफ लोगों ने भारी उत्साह नाल दिल्ली मोर्चे लिए लामबंदी शुरू कर दी है। हरियाणा दीआं किसान जथेबंदियां वालों टोल प्लाज़िਆਂ ते धरने दिते जा रहे हैं ते कॉरपोरेट घराणिਆਂ दा घिराव किया जा रहा है। इस तो इलावा वड्डी गिणती विच किसान ट्रैक्टरां ते सवार होकर दिल्ली वहीरा घत कर रहे हैं। हरियाणा दीआं समुचियां खाप पंचायतां ने रोहतक विच बैठक करके किसानी संघर्ष की हिमायत का ऐलान किया ते हर एक पिंड दे हरेक घर विचों एक जी दिल्ली विच किसान अंदोलन च भेजण दा फैसला किया। हालांकि चरखी ददारी तो आजाद विधायक ते संगवान खाप के प्रधान सोमवीर सांगवान ने अगवाई खाप की मीटिंग की। सांगवान खाप ने किसानी संघर्ष की हर पक्कों हिमायत करने का ऐलान किया। सोमवीर सांगवान ने कहा कि खेती कानून किसान विरोधी ने, इसलिए केंद्र सरकार वालों कोरोना काल दौरान इन्हों जबरी लिया गया। उन्होंने कहा कि सूबे दीआं खाप पंचायतां वालों रोजाना 10,000 व्यक्ति दिल्ली बॉर्डर ते भेजे जाणगे। आजाद विधायक ने कहा कि भाजपा सरकार ने किसान अंदोलन नूं कमजोर करने लई हरियाणा विच इंटरनेट सेवावां बंद कर दित्तियां ने। श्री सांगवान ने कहा कि सूबा सरकार हरियाणा विच इंटरनेट सेवावां दी जल्द बहाल करे तां जो विद्यार्थियों की पढ़ाई विच रुकावट ना पैदा हो सके। गाजीपुर सरहद ते धरने दे रहे भारतीय किसान यूनियन के नेता राकेश टिकैत ने कहा कि प्रधानमंत्री नरेंद्र मोदी ने गलबात का जो सद्दा दिता है उसलिए असीं धन्नवाद करते हाँ, क्योंकि आखिर उन्होंने किसानों का ध्यान किया है। सरकार और किसानों दरमियान प्रधानमंत्री गलबात कराउण। उन्होंने कहा कि मेरे जिहड़े हंझू निकले सन वो किसानों के सन, इसका असर लोगों ने वेख लिया है। हुण ये अंदोलन होर मजबूत होवेगा। वो ना सरकार का सिर झुकण देणगे ना ही किसान की पग दा। पंजाब दीआं किसान जथेबंदियां ने दिल्ली मोर्चे विच किसान की शमूलीयत वधाउण लई कोशिशां तेज कर दित्तियां ने। महात्मा गांधी के शहीदी दिहाड़े मौके अज पंजाब के शहरां अते पिंडां विच किसान, नौजवान अते होरनां वर्ग के लोगों ने एक दिन भुख हड़ताल करके केंद्र सरकार खिलाफ रोस प्रगट किया। नवे खेती कानूनों नूं रद्द करवाउण लई संघर्ष कर रहीआं किसान जथेबंदियां ने अज माझा, मालवा अते दुआबा खेतरां विचों दिल्ली नूं जथे भेजे। भारतीय किसान यूनियन एकता अते किसान मजदूर संघर्ष कमेटी की अगवाई हेठ ट्रैक्टरां दे वड्डे काफलिਆਂ ने दिल्ली वाल कूच किया।
ਪੰਜਾਬ ਦੇ ਪਿੰਡਾਂ ਵਿੱਚੋਂ ਗ੍ਰਾਮ ਪੰਚਾਇਤਾਂ ਵੱਲੋਂ ਵੀ ਕਿਸਾਨਾਂ ਦੀ ਲਾਮਬੰਦੀ ਲਈ ਮਤੇ ਪਾਏ ਜਾ ਰਹੇ ਨੇ ਅਤੇ ਜਨਤਕ ਤੌਰ ਤੇ ਲਗਾਤਾਰ ਹਲਫਦਾਰੀ ਸਮਾਗਮ ਕੀਤੇ ਜਾ ਰਹੇ ਨੇ। ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕੋਰੀ ਕਲਾਂ ਨੇ ਦੱਸਿਆ ਕਿ ਜਥੇਬੰਦੀਆਂ ਵੱਲੋਂ 1000 ਵਲੰਟੀਅਰਾਂ ਦਾ ਕਾਫਲਾ ਕਿਸਾਨ ਮਜ਼ਦੂਰ ਕਮੇਟੀ ਦੀ ਮਦਦ ਲਈ ਭੇਜਿਆ ਗਿਆ ਹੈ। ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਦੱਸਿਆ ਕਿ ਦਿੱਲੀ ਦੀਆਂ ਹੱਦਾਂ ਤੇ ਵਾਪਰੀਆਂ ਤਾਜ਼ਾ ਘਟਨਾਵਾਂ ਤੋਂ ਬਾਅਦ ਉਹਨਾਂ ਨੇ ਕਿਸਾਨਾਂ ਅਤੇ ਆਪਣੀ ਪਾਰਟੀ ਦੇ ਵਰਕਰਾਂ ਨੂੰ ਦਿੱਲੀ ਮੋਰਚੇ ਤੇ ਪਹੁੰਚਣ ਦੀ ਅਪੀਲ ਕੀਤੀ। ਕਿਸਾਨੀ ਸੰਘਰਸ਼ ਵਿੱਚ ਸਿਰਫ ਕਿਸਾਨ ਜਥੇਬੰਦੀਆਂ ਦੇ ਆਗੂ ਨਹੀਂ, ਰਾਜਨੀਤਿਕ ਦਲ ਵੀ ਰਾਜਨੀਤੀ ਤੋਂ ਉੱਪਰ ਉੱਠ ਕੇ ਦਿੱਲੀ ਪਹੁੰਚ ਰਹੇ ਨੇ। ਅੱਜ ਇਨੈਲੋ ਦੇ ਸੀਨੀਅਰ ਆਗੂ ਅਤੇ ਖੇਤੀ ਕਾਨੂੰਨਾਂ ਵਿਰੋਧ ਵਿੱਚ ਅਸਤੀਫਾ ਦੇਣ ਵਾਲੇ ਅਬੇ ਚੌਟਾਲਾ ਵੀ ਕਿਸਾਨਾਂ ਦੀ ਹਮਾਇਤ ਵਿੱਚ ਅੱਜ ਸੂਬੇ ਵਿੱਚ ਟਰੈਕਟਰ ਮਾਰਚ ਕਰਦੇ ਹੋਏ ਗਾਜ਼ੀਪੁਰ ਬਾਰਡਰ ਤੇ ਪਹੁੰਚੇ। ਇਹ ਟਰੈਕਟਰ ਮਾਰਚ ਅੰਬਾਲਾ ਤੋਂ ਸ਼ੁਰੂ ਹੋ ਕੇ ਕਰਨਾਲ, ਕੁਰੂਕਸ਼ੇਤਰ, ਪਾਣੀਪਤ ਅਤੇ ਸੋਨੀਪਤ ਤੋਂ ਹੁੰਦਿਆਂ ਗਾਜ਼ੀਪੁਰ ਪਹੁੰਚਿਆ। ਇਸ ਦੌਰਾਨ ਅਬੇ ਚੌਟਾਲਾ ਨੇ ਕਿਹਾ ਕਿ ਖੇਤੀ ਕਾਨੂੰਨ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਤਿਆਰ ਕੀਤੇ ਗਏ। ਉਹਨਾਂ ਮੰਗ ਕੀਤੀ ਕਿ ਤਿੰਨੇ ਕਾਨੂੰਨ ਰੱਦ ਕੀਤੇ ਜਾਣ। ਗਾਜ਼ੀਪੁਰ ਬਾਰਡਰ ਤੇ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਅੱਜ ਪੰਜਾਬ ਤੋਂ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੇ ਹਰਿਆਣਾ ਤੋਂ ਸੰਸਦ ਮੈਂਬਰ ਤਪਿੰਦਰ ਸਿੰਘ ਹੁੱਡਾ ਨੇ ਹਾਜ਼ਰੀ ਭਰੀ। ਸ੍ਰੀ ਬਾਜਵਾ ਨੇ ਕਿਹਾ ਕਿ ਉਹ ਇੱਕ ਕਾਂਗਰਸੀ ਆਗੂ ਦੀ ਬਜਾਏ ਇੱਕ ਕਿਸਾਨ ਹੋਣ ਦੇ ਨਾਤੇ ਗਾਜ਼ੀਪੁਰ ਪਹੁੰਚੇ ਨੇ। ਉਹਨਾਂ ਨੇ ਕਿਹਾ ਕਿ ਰਾਕੇਸ਼ ਟਿਕੈਤ ਨੂੰ ਰੋਂਦੇ ਹੋਏ ਦੇਖ ਕੇ ਮੋਰਚੇ ਉੱਪਰ ਜਾਣਾ ਉਹ ਆਪਣਾ ਫਰਜ਼ ਸਮਝਦੇ ਸੀ। ਉਹਨਾਂ ਨੇ ਕਿਹਾ ਕਿ ਹੁਣ ਸਿਆਸੀ ਪਾਰਟੀਆਂ ਦੇ ਆਗੂ ਉਸਾਰੀ ਭੂਮਿਕਾ ਨਿਭਾ ਕੇ ਕੌਮੀ ਹਿੱਤ ਲਈ ਖੜੋਤ ਨੂੰ ਤੋੜਨ ਵਿੱਚ ਯੋਗਦਾਨ ਪਾਉਣ। ਪਿਛਲੇ 2 ਮਹੀਨਿਆਂ ਤੋਂ ਵੱਧ ਸਮੇਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਦਾ ਸਮਰਥਨ ਦੇਣ ਲਈ ਹਰਿਆਣਾ ਕਾਂਗਰਸ ਨੇ ਹੁਣ ਸੜਕ ਤੇ ਉਤਰਨ ਦਾ ਐਲਾਨ ਕੀਤਾ ਹੈ। ਸੂਬਾ ਕਾਂਗਰਸ ਕਮੇਟੀ ਦੀ ਪ੍ਰਧਾਨ ਕੁਮਾਰੀ ਸ਼ੈਲਜਾ ਨੇ ਸ਼ਨੀਵਾਰ ਨੂੰ ਕਿਹਾ ਕਿ ਹਰਿਆਣਾ ਕਾਂਗਰਸ 3 ਤੋਂ 5 ਫਰਵਰੀ ਤੱਕ ਸੂਬੇ ਦੇ ਹਰ ਬਲਾਕ ਵਿੱਚ ਕਿਸਾਨਾਂ ਦੇ ਸਮਰਥਨ ਵਿੱਚ ਸ਼ਾਂਤੀ ਮਾਰਚ ਦਾ ਆਯੋਜਨ ਕਰਨਗੇ। ਕੁਮਾਰੀ ਸ਼ੈਲਜਾ ਨੇ ਕਿਹਾ ਕਿ ਸੂਬੇ 'ਚ ਭਾਈਚਾਰੇ ਅਤੇ ਸਦਭਾਵਨਾ ਨੂੰ ਉਤਸ਼ਾਹ ਦੇਣ ਲਈ ਹਰਿਆਣਾ ਕਾਂਗਰਸ ਕੇਂਦਰੀ ਖੇਤੀ ਕਾਨੂੰਨ ਵਿਰੁੱਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਸਮਰਥਨ 'ਚੋਂ 3 ਤੋਂ 5 ਫਰਵਰੀ ਤੱਕ ਸੂਬੇ ਦੇ ਹਰ ਬਲਾਕ 'ਚ ਸ਼ਾਂਤੀ ਮਾਰਚ ਦਾ ਆਯੋਜਨ ਕਰੇਗੀ। ਉਹਨਾਂ ਨੇ ਦੋਸ਼ ਲਾਇਆ ਕਿ ਭਾਜਪਾ ਸਰਕਾਰ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਰਹੀ ਸੀ ਅਤੇ ਕਿਸਾਨਾਂ ਨੂੰ ਦੇਸ਼ ਧਰੋਹੀ ਐਲਾਨ ਕਰਨ ਲਈ ਸਾਰੇ ਹੱਥਕੰਡੇ ਅਪਣਾ ਰਹੀ ਸੀ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਤੁਸੀਂ ਬਣੇ ਰਹੋ ਪੰਜਾਬ ਮੇਲ USA TV ਦੇ ਨਾਲ। ਸਤਿ ਸ੍ਰੀ ਅਕਾਲ।